ਅੱਛਾ ਬਾਈ, ਫਿਰ ਇਹ ਸਿੱਖਿਆ ਕਿਵੇਂ ਕੰਮ ਸਾਰਾ? ਕਿਉਂਕਿ ਤੁਸੀਂ ਤਾਂ ਕਿਤਾਬਾਂ ਪੜ੍ਹ ਕੇ ਸੁਣਾਉਣ ਤੇ ਲੋਕਾਂ ਨੂੰ ਗਿਆਨ ਵੰਡਣਾ ਸਿੱਖਿਆ ਸੀ, ਪਰ ਇਹ ਕੰਮ ਸਿੱਖਣਾ ਪਿਆ। ਵੀਰ ਜੀ ਇਸ ਤਰੀਕੇ ਦੇ ਨਾਲ ਜਦੋਂ ਗੁਰਦੁਆਰਾ ਸਾਹਿਬ ਤੋਂ ਜਵਾਬ ਦੇਤਾ, ਸਿਸਟਮ ਸਾਰਾ ਬੰਦ ਸੀ, ਕੋਈ ਕੰਮ ਧੰਦਾ ਚੱਲਦਾ ਨਹੀਂ ਸੀਗਾ। ਬੈਠ ਕੇ ਵਿਚਾਰ ਕੀਤੀ ਵੀ ਖਾਣ ਪੀਣ ਦਾ ਕੰਮ ਇਦਾਂ ਦਾ ਜਿਹੜਾ ਹਰ ਇੱਕ ਟਾਈਮ ਤੇ ਚੱਲਦਾ, ਕਿਉਂਕਿ ਬੰਦੇ ਨੂੰ ਭੁੱਖ ਤਾਂ ਲੱਗਦੀ ਆ। ਦੂਸਰੀ ਸਮੱਸਿਆ ਇਹ ਸੀ ਵੀ ਥੋੜੇ ਪੈਸਿਆਂ 'ਚ ਕੋਈ ਕੰਮ ਸ਼ੁਰੂ ਹੋਵੇ। ਮੇਰਾ ਇੱਕ ਦੋਸਤ ਸੀ ਪਰਮਜੀਤ ਸਿੰਘ, ਜਿਹੜਾ ਰਾਜਸਥਾਨ ਹਨੂੰਮਾਨਗੜ੍ਹ ਦੇ ਵਿੱਚ ਉਹਨੇ ਕੰਮ ਸ਼ੁਰੂ ਕੀਤਾ ਸੀ ਫਾਸਟ ਫੂਡ ਦਾ। ਅੱਜ ਬਹੁਤ ਵਧੀਆ ਲੈਵਲ ਦੇ ਉੱਤੇ ਉਹਦਾ ਕੰਮ ਚੱਲ ਰਿਹਾ, ਯਾਨੀ ਕਿ ਸਤਿਗੁਰੂ ਫੂਡ ਕਾਰਨਰ ਦੇ ਨਾਮ ਦੇ ਉੱਤੇ। ਮੈਂ ਉਹਦੇ ਨਾਲ ਗੱਲ ਕੀਤੀ, ਉਹਨੇ ਮੈਨੂੰ ਆਪਣੇ ਕੋਲੇ ਬੁਲਾਇਆ। 4-5 ਮਹੀਨੇ ਲਾ ਕੇ ਮੈਂ ਫਿਰ ਉੱਥੇ ਇਹ ਕੰਮ ਸਿੱਖਿਆ। ਸਿੱਖਣ ਤੋਂ ਬਾਅਦ ਫਿਰ ਅਸੀਂ ਇਹ ਕੰਮ ਸ਼ੁਰੂ ਕੀਤਾ। ਹੁਣ ਦੂਜੀ ਇਹ ਸੀ ਵੀ ਥੋੜੇ ਪੈਸਿਆਂ 'ਚ ਸ਼ੁਰੂ ਹੋਵੇ, ਇਸ ਲਈ ਮੈਂ ਗੱਡੀ ਲਈ, ਗੱਡੀ ਲੈ ਕੇ ਆਪ ਹੀ ਸਾਰਾ ਕੁਝ ਤਿਆਰ ਕਰਵਾਇਆ। ਹਾਂ, ਸਾਰਾ ਕੁਝ ਤਿਆਰ ਕਰਵਾ ਕੇ ਫਿਰ ਮੈਂ ਜਾਣੀ ਕਿ ਕੰਮ ਸ਼ੁਰੂ ਕੀਤਾ। ਅੱਛਾ ਬਾਈ, ਹੁਣ ਇੱਥੇ ਆਉਂ, ਘਰ ਦਾ ਖਰਚ ਪਾਣੀ, ਕਿਉਂਕਿ 5-7 ਦਿਨ ਹੀ ਹਜੇ ਆਇਓ, ਕਿਰਾਏ ਤੇ ਰਹਿੰਦੇ ਹੋਵੋਗੇ ਔਰ ਹੋਰ ਖਰਚ ਪਾਣੀ ਵੀ ਹੁੰਦੇ ਨੇ, ਵਧੀਆ ਚੱਲ ਰਿਹਾ? ਹਾਂਜੀ, ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ। ਔਰ ਕੁਝ ਨਾ ਕੁਝ ਸੋਚ ਸਮਝ ਕੇ ਅਸੀਂ ਇੱਕ ਪੂਰਾ ਸਿਸਟਮ ਤੋੜ ਰਹੇ ਹਾਂ ਔਰ ਤੁਰ ਰਿਹਾ ਔਰ ਤੁਰ ਜਾਏਗਾ। ਸਾਨੂੰ ਆਸ ਆ। ਵੱਡੀ ਗੱਲ ਇਹ ਆ ਨਾ, ਇੰਜ ਹੁੰਦਾ ਵੀ ਹਾਂ ਵੀ ਇਹ ਨਾ ਹੋਵੇ ਵੀ ਆਉਣ ਵਾਲੇ ਟਾਈਮ 'ਚ ਸਾਡਾ ਸਿਸਟਮ ਖਰਾਬ ਹੋ ਜੇ, ਪਰ ਜਦੋਂ ਵੀ ਅਸੀਂ ਕੰਮ ਕਰਕੇ ਜਾਂਦੇ ਹਾਂ ਹਰ ਰੋਜ਼ ਸਾਨੂੰ ਇੱਕ ਵਧੀਆ ਆਸ ਹੁੰਦੀ ਆ ਵੀ ਨਹੀਂ, ਕੱਲ ਨੂੰ ਇਦੋਂ ਵੀ ਵਧੀਆ ਹੋਊਗਾ। ਐਮਏ ਇੰਗਲਿਸ਼ ਕੀਤੀ ਹੋਈ ਕੁੜੀ 버ਗਰ ਬਣਾ ਰਹੀ ਹੈ, ਕਿੱਦਾਂ ਦਾ ਲੱਗਦਾ ਹੈ? ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਆਪ ਦਾ ਕੰਮ ਹੈ। ਹਾਂਜੀ, ਮਿਹਨਤ ਕਰਨੀ ਹੈ ਤੇ ਮਿਹਨਤ ਸ਼ਰਮ ਕਾਦੀ ਹੈ। ਤੇ ਗੁਰਦੁਆਰੇ ਜਦੋਂ ਰਹਿੰਦੇ ਸੀ ਉਦੋਂ ਕਿਵੇਂ ਲੱਗਦਾ ਸੀ? ਉਹ ਤਾਂ ਵਧੀਆ ਤਾਂ ਲੱਗਦਾ ਸੀ, ਕਿਤੇ ਨਾ ਕਿਤੇ ਘੁਟਨ ਹੁੰਦੀ ਸੀ, ਬੰਦਿਸ਼ ਹੁੰਦੀ ਸੀ, ਹੈ ਨਾ। ਲੱਗਦਾ ਸੀ ਵੀ ਕਿਤੇ ਨਾ ਕਿਤੇ ਗੁਲਾਮ ਆ, ਕਿਉਂਕਿ ਗੱਲ ਨਹੀਂ ਰੱਖ ਪਾਉਂਦੇ ਸੀ ਆਪਣੀ, ਕੋਈ ਵੀ ਗੱਲ ਕਰਨੀ ਕਿਤੇ ਨਾ ਕਿਤੇ ਗੱਲਾਂ ਹੋ ਜਾਂਦੀਆਂ ਸੀਗੀਆਂ। ਫਿਰ ਡਰ ਲੱਗਦਾ ਸੀ। ਜਿਸ ਦਿਨ ਗੁਰਦੁਆਰਾ ਛੱਡਿਆ ਬਹੁਤ ਦੁੱਖ ਲੱਗਿਆ ਸਾਨੂੰ ਨਾ। ਫਿਰ ਕੋਈ ਰਹਿਣ ਦਾ ਠਿਕਾਣਾ ਨਹੀਂ ਸੀਗਾ, ਅੱਗੇ ਦਾ ਸੋਚਣਾ ਸੀਗਾ, ਫਿਰ ਕੰਮ ਵੀ ਸੋਚਣਾ ਸੀਗਾ, ਕਿਉਂਕਿ ਪਰਿਵਾਰ ਪਿੱਛੇ ਵੀ ਹੈਗਾ ਸਾਡਾ ਨਾ, ਤੇ ਦੋਵਾਂ ਮੰਨੇ ਦਾ ਖਰਚਾ ਸੀਗਾ, ਤੇ ਉਹ ਖਰਚਾ ਕਿਵੇਂ ਤੋਰਨਾ ਸੀ, ਹੁਣ ਸਭ ਤੋਂ ਵੱਡਾ ਇਹ ਸਵਾਲ ਸੀਗਾ। ਫਿਰ ਕਿਤੇ ਨਾ ਕਿਤੇ ਜਦੋਂ ਲੋਕਡਾਊਨ ਹੋਇਆ, ਫਿਰ ਸੋਚਿਆ ਆਪ ਦਾ ਕੰਮ ਕਰੀਏ, ਤੇ ਆਪ ਦਾ ਕੰਮ ਛੋਟਾ ਵੱਡਾ ਕਮਾਣਾ ਆਪ, ਖਾਣਾ ਆਪ, ਹੈ ਨਾ, ਕਰਨਾ ਆਪ ਹੈ। ਫਿਰ ਉਹ 'ਚ ਸ਼ਰਮ ਕਾਦੀ, ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਆਪ ਕਮਾ ਕੇ ਘਰੇ ਜਾਈਦਾ ਹੈ, ਮਿਹਨਤ ਕਰੀਦੀ ਹੈ ਰੋਜ਼। ਬਾਈ, ਪ੍ਰਬੰਧਕਾਂ ਦੀ ਗੁਲਾਮੀ ਵਧੀਆ ਸੀ ਕਿ ਆ ਵਧੀਆ? ਵੈਸੇ ਉੱਥੇ ਤਾਂ ਏਸੀ ਥੱਲੇ ਸੌਂਦੇ ਹੋਵੋਗੇ। ਬਿਲਕੁਲ ਜੀ, ਏਸੀ ਦੇ ਥੱਲੇ ਸ਼ਾਹੀ ਬਾਣੇ ਹੈ ਨਾ। ਔਰ ਆਮ ਸੰਗਤਾਂ ਨੂੰ ਬਾਈ ਲੱਗਦਾ ਇਦਾਂ ਵੀ ਬੜੇ ਸੌਖੇ ਜਿਹੇ ਹੋਣਗੇ, ਕਿ ਵੀ ਬੜਾ ਕੰਮ ਸੌਖਾ ਭਾਈਆਂ ਦਾ। ਹਾਂ, ਦੇਖੋ ਜੀ, ਉਹੀ ਗੱਲ ਆ ਨਾ, ਉੱਥੇ ਮੈਂ ਗੁਲਾਮ ਸੀ, ਇੱਥੇ ਮੈਂ ਆਜ਼ਾਦ ਹਾਂ। ਇੱਥੇ ਦਾ ਮੈਂ ਮਾਲਕ ਹਾਂ, ਇੱਥੇ ਦਾ ਮੈਂ ਬਾਦਸ਼ਾਹ। ਮੈਨੂੰ ਬਹੁਤ ਸਕੂਨ ਮਿਲਦਾ, ਬੜਾ ਮਜ਼ਾ ਆਉਂਦਾ ਆਪਦਾ ਕੰਮ ਕਰਕੇ। ਮੈਂ ਆ ਸੁਖਬੀਰ ਸਿੰਘ ਚੈਣਾ ਤੇ ਤੁਸੀਂ ਪੰਜਾਬ ਨਿਊਜ਼ ਦੇਖ ਰਹੇ ਹੋ। ਦਰਸ਼ਕੋ, ਇਸ ਸਮੇਂ ਮੈਂ ਖਰੜ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਸਿੰਘ ਪੁਆਇੰਟ ਫੂਡ ਦੇ ਉੱਤੇ ਖੜਾ ਹੋਇਆਗਾ। ਸਿੰਘ ਪੁਆਇੰਟ ਫੂਡ ਬਾਈ ਸੰਦੀਪ ਸਿੰਘ ਜੀ ਕਾਫਰ ਉਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ। ਸੋ ਸਭ ਤੋਂ ਪਹਿਲਾਂ ਤੇ ਸਿੰਘ ਪੁਆਇੰਟ ਫੂਡ ਦੀ ਵਿਲੱਖਣਤਾ ਇਹੀ ਹੈ, ਨਾ ਤਾਂ ਇਹ ਦੁਕਾਨ ਹੈ ਤੇ ਨਾ ਇਹ ਰੇਹੜੀ ਹੈ। ਇਹ ਬਾਈ ਜੀ ਨੇ ਇੱਕ ਬੜੇ ਵੱਖਰੇ ਜਿਹੇ ਤਰੀਕੇ ਦੇ ਨਾਲ ਮਰੂਤੀ ਕਾਰ ਨੂੰ ਕੱਟ ਕੇ ਤੇ ਉਹਦਾ ਇਹ ਸਿੰਘ ਪੁਆਇੰਟ ਫੂਡ ਬਣਾਇਆ ਹੋਇਆ। ਨਾਲ ਉਸ ਤੋਂ ਬਾਅਦ ਸਭ ਤੋਂ ਵੱਖਰੀ ਗੱਲ ਇਹ ਵੀ ਹੈ ਵੀ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾ ਰਹੇ ਹਾਂ, ਜੋ ਸਿੰਘ ਪੁਆਇੰਟ ਫੂਡ ਚਲਾ ਰਹੇ ਨੇ ਬਾਈ ਸੰਦੀਪ ਹੋਰੀ, ਇਹ 12 ਸਾਲ ਸਿੱਖ ਕੌਮ ਦੇ ਪ੍ਰਚਾਰਕ ਰਹੇ ਨੇ। 12 ਸਾਲ ਸਿੱਖੀ ਦਾ ਪ੍ਰਚਾਰ ਕੀਤਾ ਇਹਨਾਂ ਨੇ, ਔਰ 12 ਸਾਲ ਤੋਂ ਪਹਿਲਾਂ ਇਹਨਾਂ ਨੇ ਸਿੱਖਿਆ ਲਈ ਗੁਰਮਤਿ ਦੀ। ਪਰ ਅੱਜ ਗੁਰਮਤਿ ਦੀ ਸਿੱਖਿਆ ਲੈ ਕੇ 12 ਸਾਲ ਪ੍ਰਚਾਰ ਕਰਨ ਤੋਂ ਬਾਅਦ ਸੰਦੀਪ ਸਿੰਘ ਇੱਥੇ 버ਗਰ ਦਾ ਕੰਮ ਕਿਉਂ ਕਰ ਰਿਹਾ ਹੈ, ਕੀ ਘਟਨਾਕ੍ਰਮ ਵਾਪਰਿਆ, ਬਾਈ ਦਾ ਜੀਵਨ ਦੇ ਬਾਰੇ, ਬਾਈ ਦੇ ਕੰਮਕਾਰ ਦੇ ਬਾਰੇ ਆਪਾਂ ਸਭ ਕੁਝ ਜਾਣਾਂਗੇ। ਸੋ ਆਓ ਸਭ ਤੋਂ ਪਹਿਲਾਂ ਆਪਾਂ ਸੰਦੀਪ ਸਿੰਘ ਦਾ ਸਵਾਗਤ ਕਰਦੇ ਹਾਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਦੀਪ ਬਾਈ, ਸਭ ਤੋਂ ਪਹਿਲਾਂ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਇਹਦੇ ਲਈ ਤੁਹਾਨੂੰ ਵਧਾਈਆਂ। ਸਾਰਿਆਂ ਨੂੰ, ਤੁਹਾਨੂੰ ਬਹੁਤੀਆਂ। ਤੇ ਬਾਈ ਜੀ, ਇਹ 12 ਸਾਲ ਸਿੱਖੀ ਦਾ ਪ੍ਰਚਾਰ ਕੀਤਾ, ਬਿਲਕੁਲ ਜੀ। ਫਿਰ ਇਹ ਸਬਬ ਕਿਵੇਂ ਬਣਿਆ ਇਹ ਕਾਰੋਬਾਰ ਸ਼ੁਰੂ ਕਰਨ ਦਾ?
ਵੀਰ ਜੀ ਗੱਲ ਇਸ ਤਰ੍ਹਾਂ, ਜੇ ਮੈਂ ਆਪਣੀ ਐਜੂਕੇਸ਼ਨ ਦੀ ਗੱਲ ਕਰਾਂ 2006 ਤੋਂ 8 ਦੇ ਵਿੱਚ ਮੈਂ ਬੁੱਢਾ ਜੋੜ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਤੋਂ ਐਜ਼ ਏ ਪ੍ਰਚਾਰਕ ਦਾ ਕੋਰਸ ਕੀਤਾ। ਅੱਛਾ। ਉਸ ਤੋਂ ਬਾਅਦ ਜੋ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਦੇ ਜਿਹੜੇ 2 ਕਾਲਜ ਆ, ਉਹਨਾਂ ਦਾ ਪੱਤਰ ਵਿਹਾਰ ਕੋਰਸ ਕੀਤਾ। ਉਹਦੇ ਨਾਲ ਐਮਏ ਰਿਲੀਜਨ ਕੀਤੀ ਮੈਂ। ਅੱਛਾ, ਤੁਸੀਂ ਐਮਏ ਰਿਲੀਜਨ ਵੀ ਕੀਤੀ? ਬਿਲਕੁਲ ਜੀ, ਪਟਿਆਲੇ ਯੂਨੀਵਰਸਿਟੀ ਤੋਂ। ਸਭ ਕੁਝ ਕਰਨ ਤੋਂ ਬਾਅਦ ਇੱਕ ਚਾਅ ਦੇ ਨਾਲ, ਇੱਕ ਬੜਾ ਜਜ਼ਬਾ ਲੈ ਕੇ ਇਸ ਲਾਈਨ ਦੇ ਵਿੱਚ ਆਏ ਸੀ ਵੀ ਜੋ ਕੁਝ ਅੱਜ ਸੰਗਤ ਦੇ ਸਾਹਮਣੇ ਰੱਖਿਆ ਜਾ ਰਿਹਾ ਉਹਦੇ ਵਿੱਚ ਬਹੁਤ ਊਣਤਾਈਆਂ ਨੇ। ਇੰਨਾ ਕੁ ਹੌਸਲਾ ਕਰਕੇ ਉਤਰੇ ਸੀ ਨਾ ਇਸ ਫੀਲਡ ਦੇ ਵਿੱਚ ਬਈ ਅਸੀਂ ਉਹ ਨਹੀਂ ਸੁਣਾਉਣਾ ਜਿਹਦੇ ਨਾਲ ਪੈਸਾ ਆਵੇ ਜਾਂ ਜਿਹਦੇ ਨਾਲ ਵਾਹ ਹੋਵੇ ਜਾਂ ਜਿਹਦੇ ਨਾਲ ਬੰਦੇ ਦੀ ਮਸ਼ਹੂਰੀ ਹੋਵੇ। ਮਸ਼ਹੂਰ ਹੋਣ ਲਈ ਨਹੀਂ, ਇੱਕ ਸਕਸੈਸ ਹੋਣ ਦੇ ਲਈ ਉਤਰੇ ਸੀ ਅਸੀਂ ਬਈ ਉਹ ਸਾਰੀਆਂ ਊਣਤਾਈਆਂ, ਜਿਹੜੀ ਮਿਲਾਵਟ ਆ, ਉਹਨੂੰ ਇੱਕ ਪਾਸੇ ਕਰਕੇ ਅਸੀਂ ਇੱਕ ਸਿਧਾਂਤ, ਹਾਂ ਜਿਹੜਾ ਸਿੱਖ ਸਿਧਾਂਤ ਆ, ਜਿਹੜਾ ਸਹੀ ਫਲਸਫਾ ਸਾਡਾ, ਉਹਨੂੰ ਪੇਸ਼ ਕਰੀਏ। ਪਰ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਇਹ ਸ਼ੁਰੂ ਕੀਤਾ, ਹੁਣ ਮੇਨ ਕੇਂਦਰ ਕੀ ਆ? ਗੁਰਦੁਆਰੇ ਆ। ਹਾਂ, ਸਿੱਖੀ ਦੇ ਪ੍ਰਚਾਰ ਹਾਂ, ਕੇਂਦਰ ਗੁਰਦੁਆਰੇ ਆ। ਜਦੋਂ ਉੱਥੋਂ ਉਤਰੇ, ਉੱਥੇ ਜਾ ਕੇ ਇੱਕ ਗੱਲ ਦਾ ਪਤਾ ਲੱਗਿਆ ਵੀ ਅੱਜ ਜਿਹੜੀ ਸਾਡੀ ਪ੍ਰਬੰਧਕ ਸ਼੍ਰੇਣੀ ਆ, ਅੱਛਾ, ਉਹ ਪ੍ਰਬੰਧਕ ਸ਼੍ਰੇਣੀ ਰਾਜਨੀਤੀ ਨੂੰ ਜਾਣਦੀ ਆ ਪਰ ਉਹ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਨਹੀਂ ਜਾਣਦੀ। ਠੀਕ ਹੈ। ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਿਦਾ ਵੀ ਉਹ ਲੋਕ ਬਾਦਲ ਨੂੰ ਜਾਣਦੇ ਆ, ਕੈਪਟਨ ਨੂੰ ਜਾਣਦੇ ਆ, ਪਰ ਬਾਬੇ ਨਾਨਕ ਨੂੰ ਨਹੀਂ ਜਾਣਦੇ। ਉੱਥੇ ਉਹ ਗੱਲ ਕਰੋ ਜਿਹਦੇ ਨਾਲ ਵੋਟ ਬੈਂਕ ਕਾਇਮ ਹੋਵੇ, ਜਿਹਦੇ ਨਾਲ ਗੋਲਕ ਕਾਇਮ ਹੋਵੇ, ਤੇ ਸਭ ਕੁਝ ਠੀਕ ਆ। ਪਰ ਜੇ ਕਿਤੇ ਤੁਸੀਂ ਬਾਬੇ ਨਾਨਕ ਦੀ ਗੱਲ ਕਰਤੀ ਨਾ, ਫੇਰ ਨਹੀਂ, ਤੁਹਾਡੇ ਲਈ ਉੱਥੇ ਕੋਈ ਥਾਂ ਨਹੀਂ। ਆਹੀ ਕੁਝ ਮੇਰੇ ਨਾਲ ਹੋਇਆ, ਔਰ ਹੋਇਆ ਵੀ ਇਹੋ ਜਿਹੇ ਸਮੇਂ ਮੈਂ 69 ਸੈਕਟਰ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਕਥਾਵਾਚਕ ਸੀ ਪਿਛਲੇ 3 ਸਾਲਾਂ ਤੋਂ। ਚੰਡੀਗੜ੍ਹ। ਹਾਂਜੀ, ਉਸ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਧਾਰਮਿਕ ਟੀਚਰ ਚੰਡੀਗੜ੍ਹ 22 ਸੈਕਟਰ ਦੇ ਵਿੱਚ ਪੜ੍ਹਾਇਆ। ਗੁਰਮਤਿ ਕਾਲਜ ਹੁਸ਼ਿਆਰਪੁਰ ਦੇ ਵਿੱਚ ਐਜ਼ ਏ ਪ੍ਰੋਫੈਸਰ ਪੜ੍ਹਾਇਆ ਮੈਂ ਗੁਰਮਤਿ ਕਾਲਜ ਦੇ ਵਿੱਚ। ਤੇ ਵਿਚਰਦਿਆਂ ਹੋਇਆਂ ਹਰੇਕ ਜਗ੍ਹਾ ਮੇਨ ਜਿਹੜੀ ਕਮੀ ਇਹੀ ਸੀ ਵੀ ਤੁਸੀਂ ਸਹੀ ਗੱਲ ਨਹੀਂ ਕਰ ਸਕਦੇ, ਉਹ ਗੱਲ ਕਰੋ ਜਿਹਦੇ ਨਾਲ ਪ੍ਰਬੰਧਕ ਖੁਸ਼ ਹੋਣ ਤੇ ਵੱਧ ਤੋਂ ਵੱਧ ਮਾਇਆ ਇਕੱਠੀ ਹੋਵੇ। ਸੋ ਦਰਸ਼ਕੋ, ਮੈਂ ਕਹਿੰਦਾ ਵੀ ਸਾਡੀ ਪ੍ਰਬੰਧਕ ਸ਼੍ਰੇਣੀ ਨੂੰ ਡੁੱਬ ਕੇ, ਨੱਕ ਡੁਬੋ ਕੇ ਮਰ ਜਾਣਾ ਚਾਹੀਦਾ ਹੈ। ਅਸੀਂ ਕਹਿੰਦੇ ਆ ਪੜ੍ਹੇ ਲਿਖੇ ਪ੍ਰਚਾਰਕ ਸਾਡੀ ਕੌਮ ਦੇ ਵੱਲ ਨਹੀਂ ਆ ਰਹੇ। ਅਸੀਂ ਕਹਿੰਦੇ ਆ ਅੱਧਾ ਪੰਜਾਬ ਈਸਾਈ ਬਣ ਗਿਆ। ਪਰ ਜਿਨ੍ਹਾਂ ਨੇ ਗੁਰਮਤਿ ਦੀ ਸਿੱਖਿਆ ਦੇਣੀ ਸੀ ਉਹ ਅੱਜ ਕੀ ਕਰ ਰਹੇ ਨੇ? ਐਮਏ ਰਿਲੀਜਨ ਦੀ ਕਰਨ ਤੋਂ ਬਾਅਦ, 3-3 ਸਾਲਾਂ ਦੇ ਡਿਗਰੀ ਗੁਰਮਤਿ ਦੇ ਕੋਰਸ ਕਰਨ ਤੋਂ ਬਾਅਦ, ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿੱਚੋਂ ਪੜ੍ਹਨ ਤੋਂ ਬਾਅਦ, ਔਰ 12-12 ਸਾਲ ਸਿੱਖ ਸਿਧਾਂਤ ਦੀ ਕਥਾ ਵਿਚਾਰ ਪ੍ਰਚਾਰ ਕਰਨ ਤੋਂ ਬਾਅਦ ਅਖੀਰ ਨੂੰ ਇੱਕ ਪ੍ਰਚਾਰਕ ਨੂੰ ਬਰਗਰਾਂ ਦਾ ਕਾਰੋਬਾਰ ਸ਼ੁਰੂ ਕਰਨਾ ਪਿਆ। ਇਹ ਕੀ ਇਹਦੇ ਲਈ ਕੇਵਲ ਪ੍ਰਬੰਧਕ ਜ਼ਿੰਮੇਵਾਰ ਨੇ? ਕੀ ਇਹਦੇ ਲਈ ਪ੍ਰਚਾਰਕ ਜ਼ਿੰਮੇਵਾਰ ਨੇ? ਜਾਂ ਇਹਦੇ ਲਈ ਆਮ ਸੰਗਤਾਂ ਵੀ ਜ਼ਿੰਮੇਵਾਰ ਨੇ? ਕਿਉਂਕਿ ਅਸੀਂ ਇਹ ਬਚਨ ਵੀ ਪੜ੍ਹਦੇ ਆ, ਅੰਧੀ ਰਇਤ ਗਿਆਨ ਵੀ ਹੋਣੀ, ਕਿ ਜਿੱਥੇ ਪ੍ਰਬੰਧਕ ਸ਼੍ਰੇਣੀ ਮਨ ਆਈਆਂ ਕਰਦੀ ਆ ਉੱਥੇ ਆਮ ਸੰਗਤਾਂ ਵੀ ਅੱਖਾਂ ਬੰਦ ਕਰਕੇ ਦੇਖਣ ਤੋਂ ਬਾਅਦ ਕਬੂਤਰ ਦੇ ਵਾਂਗ ਅੱਖਾਂ ਬੰਦ ਕਰ ਲੈਂਦੀਆਂ ਨੇ। ਅੱਛਾ ਬਾਈ ਸੰਦੀਪ, ਇੱਕ ਗੱਲ ਹੋਰ ਦੱਸੋ। ਅੱਖ ਤਾਂ ਆਵਾਜ਼ ਬਹੁਤ ਆ ਰਹੀ ਹੈ ਇੱਧਰਲੇ ਪਾਸਿਓਂ। ਅੱਛਾ ਸੰਦੀਪ ਬਾਈ, ਜਿਹੜਾ ਸੀ ਉਹ ਇਹ ਦੱਸੋ ਵੀ ਕਦੇ ਸਟੇਜ ਤੇ ਬੈਠਦੇ ਸੀ, ਸੰਗਤਾਂ ਸੁਣਦੀਆਂ ਸੀ, ਔਰ ਅੱਜ ਰੇਹੜੀ ਲਾ ਰਹੇ ਹੋ 버ਗਰ ਦੀ, ਹਨਾ? ਔਰ ਐਮਏ ਰਿਲੀਜਨ ਕੀਤੀ, ਤੁਸੀਂ ਪੜ੍ਹਾਈ ਕੀਤੀ, 3 ਸਾਲ ਦਾ ਕੋਰਸ ਗੁਰਮਤਿ ਦਾ ਕੀਤਾ, ਪੱਤਰ ਵਿਹਾਰ ਕੋਰਸ ਕੀਤਾ। ਇਸ ਤੋਂ ਬਾਅਦ ਕਰਨ ਤੋਂ ਬਾਅਦ ਕੀ ਫੀਲ ਹੁੰਦਾ ਇੱਥੇ? ਵੀਰ ਜੀ ਗੱਲ ਇਸ ਤਰ੍ਹਾਂ ਵੀ ਆਪਾਂ ਇਸ ਗੱਲ ਨੂੰ ਪੜ੍ਹਿਆ ਇਤਿਹਾਸ ਦੇ ਵਿੱਚ ਵੀ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਦੇ ਕੋਲੇ ਆਉਂਦੇ ਆ ਤੇ ਲੰਗਰਾਂ 'ਚ ਸੇਵਾ ਕਰਦੇ ਆ। ਉਹਨਾਂ ਦੇ ਕੱਪੜੇ ਸਾਰੇ ਲਿਬੜੇ ਹੋਏ ਆ। ਕੋਈ ਬੰਦਾ ਜਿਹਨੇ ਔਰੰਗਜ਼ੇਬ ਨੂੰ ਰਾਜ ਦਰਬਾਰ 'ਚ ਦੇਖਿਆ ਸੀ ਉਹ ਸਵਾਲ ਕਰਦਾ, ਚਾਹੇ ਉਹ ਬਹਾਦਰ ਸ਼ਾਹ ਜਾਂ ਕੋਈ ਵੀ ਹੋਵੇ। ਉਹ ਕਹਿੰਦਾ ਵੀ ਉੱਥੇ ਤੇਰੇ ਬੜੇ ਠਾਠ ਬਾਠ ਸੀ, ਮੈਂ ਤੈਨੂੰ ਦੇਖਿਆ, ਬੜੀਆਂ ਸੋਹਣੀਆਂ ਡਰੈਸਾਂ ਸੀ, ਬੜੇ ਇਨਾਮ ਸੀ, ਬੜੀ ਸੋਹਣੀ ਜਗ੍ਹਾ ਤੇ ਤੈਨੂੰ ਰਹਿਣ ਨੂੰ ਮਿਲੀ ਸੀਗੀ, ਤੇ ਅੱਜ ਤੂੰ ਸਾਰਾ ਲਿਬੜਿਆ ਪਿਆ, ਵੀ ਕੀ ਮਹਿਸੂਸ ਕਰਦਾ? ਕਹਿੰਦਾ ਉੱਥੇ ਸਭ ਕੁਝ ਤੇ ਬੜਾ ਵਧੀਆ ਸੀ ਪਰ ਮੈਨੂੰ ਨਾਲ ਮੌਤ ਵੀ ਮਿਲਦੀ ਸੀ। ਠੀਕ ਹੈ ਨਾ? ਉੱਥੇ ਔਰੰਗਜ਼ੇਬ ਵੀ ਸੀ। ਉਹੀ ਗੱਲ ਮੈਂ ਇਹ ਗੱਲ ਕਹਿਣਾ ਵੀ ਗੁਰੂ ਘਰ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਸਿਰ ਦੇ ਉੱਤੇ ਔਰੰਗਜ਼ੇਬ ਬੈਠਾ ਸੀ।
ਠੀਕ ਹੈ ਨਾ। ਪਰ ਅੱਜ ਮੈਂ ਇੱਥੇ ਹੱਥੀਂ ਕਿਰਤ ਕਰਦਾ ਨਾ, ਅੱਜ ਮੇਰਾ ਹੱਥ ਗੁਰੂ ਨਾਨਕ ਸਾਹਿਬ ਨੇ ਫੜਿਆ ਹੋਇਆ, ਮੇਰੇ ਸਿਰ ਤੇ ਗੁਰੂ ਨਾਨਕ ਸਾਹਿਬ ਬੈਠੇ ਹੋਏ ਆ। ਜਿਹੜੇ ਫਲਸਫੇ ਮੈਨੂੰ ਕਥਾ ਕਰਕੇ, ਕਿਤਾਬਾਂ ਕਰਕੇ, ਸਟੇਜਾਂ ਤੇ ਬਹਿ ਕੇ ਨਹੀਂ ਨਾ ਸਮਝ ਆਏ, ਉਹ ਜਦੋਂ ਹੱਥੀਂ ਮਿਹਨਤ ਕਰਕੇ ਜ਼ਿੰਦਗੀ ਜੀ, ਉਦੋਂ ਬੜਾ ਕੁਝ ਸਮਝ ਆਇਆ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਅੱਜ ਵੀ ਮੈਂ ਇੱਥੇ ਬਾਦਸ਼ਾਹ, ਅੱਜ ਵੀ ਮੈਨੂੰ ਉਨੀ ਖੁਸ਼ੀ ਹੁੰਦੀ ਆ। ਅੱਛਾ ਬਾਈ, ਫਿਰ ਇਹ ਸਿੱਖਿਆ ਕਿਵੇਂ ਕੰਮ ਸਾਰਾ? ਕਿਉਂਕਿ ਤੁਸੀਂ ਤਾਂ ਕਿਤਾਬਾਂ ਪੜ੍ਹ ਕੇ ਸੁਣਾਉਣ ਤੇ ਲੋਕਾਂ ਨੂੰ ਗਿਆਨ ਵੰਡਣਾ ਸਿੱਖਿਆ ਸੀ, ਪਰ ਇਹ ਕੰਮ ਸਿੱਖਣਾ ਪਿਆ। ਵੀਰ ਜੀ ਇਸ ਤਰੀਕੇ ਦੇ ਨਾਲ ਜਦੋਂ ਗੁਰਦੁਆਰਾ ਸਾਹਿਬ ਤੋਂ ਜਵਾਬ ਦੇਤਾ, ਸਿਸਟਮ ਸਾਰਾ ਬੰਦ ਸੀ, ਕੋਈ ਕੰਮ ਧੰਦਾ ਚੱਲਦਾ ਨਹੀਂ ਸੀਗਾ, ਬੈਠ ਕੇ ਵਿਚਾਰ ਕੀਤੀ ਵੀ ਖਾਣ ਪੀਣ ਦਾ ਕੰਮ ਇਦਾਂ ਦਾ ਜਿਹੜਾ ਹਰ ਇੱਕ ਟਾਈਮ ਤੇ ਚੱਲਦਾ, ਕਿਉਂਕਿ ਬੰਦੇ ਨੂੰ ਭੁੱਖ ਤਾਂ ਲੱਗਦੀ ਆ। ਦੂਸਰੀ ਸਮੱਸਿਆ ਇਹ ਸੀ ਵੀ ਥੋੜੇ ਪੈਸਿਆਂ 'ਚ ਕੋਈ ਕੰਮ ਸ਼ੁਰੂ ਹੋਵੇ। ਮੇਰਾ ਇੱਕ ਦੋਸਤ ਸੀ ਪਰਮਜੀਤ ਸਿੰਘ, ਜਿਹੜਾ ਰਾਜਸਥਾਨ ਹਨੂੰਮਾਨਗੜ੍ਹ ਦੇ ਵਿੱਚ ਉਹਨੇ ਕੰਮ ਸ਼ੁਰੂ ਕੀਤਾ ਸੀ ਫਾਸਟ ਫੂਡ ਦਾ। ਅੱਜ ਬਹੁਤ ਵਧੀਆ ਲੈਵਲ ਦੇ ਉੱਤੇ ਉਹਦਾ ਕੰਮ ਚੱਲ ਰਿਹਾ, ਯਾਨੀ ਕਿ ਸਤਿਗੁਰੂ ਫੂਡ ਕਾਰਨਰ ਦੇ ਨਾਮ ਦੇ ਉੱਤੇ। ਮੈਂ ਉਹਦੇ ਨਾਲ ਗੱਲ ਕੀਤੀ, ਉਹਨੇ ਮੈਨੂੰ ਆਪਣੇ ਕੋਲੇ ਬੁਲਾਇਆ, 4-5 ਮਹੀਨੇ ਲਾ ਕੇ ਮੈਂ ਫਿਰ ਉੱਥੇ ਕੰਮ ਸਿੱਖਿਆ। ਸਿੱਖਣ ਤੋਂ ਬਾਅਦ ਫਿਰ ਅਸੀਂ ਇਹ ਕੰਮ ਸ਼ੁਰੂ ਕੀਤਾ। ਹੁਣ ਦੂਜੀ ਇਹ ਸੀ ਵੀ ਥੋੜੇ ਪੈਸਿਆਂ 'ਚ ਸ਼ੁਰੂ ਹੋਵੇ, ਇਸ ਲਈ ਮੈਂ ਗੱਡੀ ਲਈ, ਗੱਡੀ ਲੈ ਕੇ ਆਪ ਹੀ ਸਾਰਾ ਕੁਝ ਤਿਆਰ ਕਰਵਾਇਆ। ਹਾਂ, ਸਾਰਾ ਕੁਝ ਤਿਆਰ ਕਰਵਾ ਕੇ ਫਿਰ ਮੈਂ ਜਾਣੀ ਕਿ ਕੰਮ ਸ਼ੁਰੂ ਕੀਤਾ। ਸੋ ਬਾਈ ਫਿਰ ਅੱਜ ਇਹ ਕਾਰੋਬਾਰ ਠੀਕ ਚੱਲ ਰਿਹਾ, ਸੈਟੀਸਫਾਈਡ ਹੋ ਇਸ ਤੋਂ? ਹਾਂਜੀ, ਇਹ ਖਰੜ ਦੇ ਵਿੱਚ ਮੈਨੂੰ 6-7 ਦਿਨ ਹੋਏ ਆ ਹਜੇ, ਅੱਛਾ, ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ। ਔਰ ਜਿੱਦਾਂ ਦਾ ਰਿਸਪੌਂਸ ਮਿਲ ਰਿਹਾ ਉਹਨੂੰ ਮੈਂ ਦੇਖ ਕੇ ਕਹਿ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵਧੀਆ ਕੰਮ ਹੋਊਗਾ ਮੇਰਾ। ਹਾਂਜੀ ਬਾਈ, ਪ੍ਰਬੰਧਕਾਂ ਦੀ ਗੁਲਾਮੀ ਵਧੀਆ ਸੀ ਕਿ ਆ ਵਧੀਆ? ਵੀਰ ਜੀ ਵੈਸੇ ਉੱਥੇ ਦਾ ਏਸੀ ਥੱਲੇ ਸੌਂਦੇ ਹੋਵੋਗੇ? ਬਿਲਕੁਲ ਜੀ, ਏਸੀ ਦੇ ਥੱਲੇ ਸ਼ਾਹੀ ਬਾਣੇ ਹੈ ਨਾ। ਹਾਂ, ਔਰ ਆਮ ਸੰਗਤਾਂ ਨੂੰ ਬਾਈ ਲੱਗਦਾ ਇਦਾਂ ਵੀ ਬੜੇ ਸੌਖੇ ਜਿਹੇ ਹੋਣਗੇ ਕਿ ਵੀ ਬੜਾ ਕੰਮ ਸੌਖਾ ਭਾਈਆਂ ਦਾ। ਹਾਂ ਹਾਂ, ਦੇਖੋ ਜੀ ਉਹੀ ਗੱਲ ਆ ਨਾ, ਉੱਥੇ ਮੈਂ ਗੁਲਾਮ ਸੀ, ਇੱਥੇ ਮੈਂ ਆਜ਼ਾਦ ਹਾਂ। ਇੱਥੇ ਦਾ ਮੈਂ ਮਾਲਕ ਹਾਂ, ਇੱਥੇ ਦਾ ਮੈਂ ਬਾਦਸ਼ਾਹ। ਮੈਨੂੰ ਬਹੁਤ ਸਕੂਨ ਮਿਲਦਾ, ਬੜਾ ਮਜ਼ਾ ਆਉਂਦਾ ਆਪਦਾ ਕੰਮ ਕਰਕੇ, ਔਰ ਬਹੁਤ ਖੁਸ਼ੀ ਕਰਦਾ ਮੈਂ ਕੰਮ। ਭਾਈ ਇੱਕ ਗੱਲ ਮੇਰੇ ਹੋਰ ਦਿਮਾਗ 'ਚ ਆ ਰਹੀ ਹੈ, ਅਸੀਂ ਕਹਿੰਦੇ ਹਾਂ ਸਾਡੀ ਕੌਮ ਆਜ਼ਾਦ ਹੋਣੀ ਚਾਹੀਦੀ ਹੈ। ਜਿਹੜੀ ਕੌਮ ਦੇ ਪ੍ਰਚਾਰਕ ਹੀ ਗੁਲਾਮ ਹੋਣ, ਉਹ ਉਸ ਕੌਮ ਨੂੰ ਕਦੇ ਸੁਪਨਾ ਲੈਣਾ ਚਾਹੀਦਾ ਆਜ਼ਾਦੀ ਦਾ? ਵੀਰ ਜੀ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੀ ਗੱਲ ਚੱਲਦੀ ਆ ਨਾ, ਮੈਂ ਕਹਿੰਦਾ ਜਿੰਨੀ ਦੇਰ ਸਾਡੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚੇ ਦਾ ਝੁਕਾਵ ਰਾਜਨੀਤੀ ਵੱਲ ਆ ਨਾ, ਉਨੀ ਦੇਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਰੋਕੀ ਨਹੀਂ ਸਕਦੀ। ਜਿੱਦਣ ਸਾਡੇ ਗੁਰਦੁਆਰੇ ਰਾਜਨੀਤੀ ਪ੍ਰਭਾਵ ਤੋਂ ਮੁਕਤ ਹੋ ਗਏ ਨਾ, ਕਮੇਟੀਆਂ ਮੁਕਤ ਹੋ ਗਈਆਂ, ਅਸਲ ਦੇ ਵਿੱਚ ਉਦਣ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਣਾ। ਔਰ ਦੂਸਰੀ ਗੱਲ ਆ, ਅੱਜ ਗੁਰੂ ਘਰ ਦੀ ਨਹੀਂ ਫਿਕਰ, ਗੁਰੂ ਸਾਹਿਬ ਦੇ ਫਲਸਫੇ ਦੀ ਨਹੀਂ ਫਿਕਰ। ਅੱਜ ਕਮੇਟੀ ਦੇ ਵਿੱਚ ਬੈਠ ਕੇ ਇਹ ਗੱਲ ਚੱਲਦੀ ਆ ਵੀ ਗੁਰਦੁਆਰਾ ਇੰਨਾ ਸੋਹਣਾ ਬਣਾਓ, ਜੇ ਕੋਈ ਵਿਆਹ ਕਰਵਾਉਂਦਾ ਉਹਦੀਆਂ ਫੋਟੋਆਂ ਸੋਹਣੀਆਂ ਆਉਣੀਆਂ ਚਾਹੀਦੀਆਂ। ਇਹ ਕਿਵੇਂ ਬਚਾਉਣੀ? ਹਾਂ, ਇਹ ਕੋਈ ਨਹੀਂ ਸੋਚਦਾ ਬਈ ਇੱਥੋਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੀ ਆਵਾਜ਼ ਆਉਣੀ ਚਾਹੀਦੀ ਆ, ਉਹ ਘਰ ਤੱਕ ਜਾਣਾ ਚਾਹੀਦਾ। ਨਹੀਂ, ਉਹ ਕਹਿੰਦੇ ਬਹੁਤ ਸੋਹਣੀਆਂ ਫੋਟੋਆਂ ਆਉਣੀਆਂ ਚਾਹੀਦੀਆਂ। ਇੱਕ ਪੈਲਸ ਨੂੰ ਮਾਤ ਪਾ ਦੇ ਗੁਰਦੁਆਰਾ। ਅੱਜ ਇਸ ਗੱਲ ਦਾ ਜ਼ੋਰ ਲੱਗਿਆ ਹੋਇਆ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਦਾ, ਔਰ ਉਹਨਾਂ ਨੂੰ ਗੁਰਬਾਣੀ ਦਾ ਕੁਝ ਨਹੀਂ ਹੁੰਦਾ। ਮੈਂ ਕਹਿੰਦਾ ਵੀ 4-5 ਪ੍ਰਚਾਰਕਾਂ ਦੀ ਇੱਕ ਕਮੇਟੀ ਬਣਾ ਲਓ, ਠੀਕ ਆ, ਪ੍ਰੋਗਰਾਮ ਰੱਖ ਲਓ, ਗੁਰਦੁਆਰਿਆਂ ਦੀ ਕਮੇਟੀਆਂ ਬਿਠਾ ਲਓ, 2-3 ਕਮੇਟੀਆਂ ਸਵਾਲ ਕਰ ਲੈਣ ਤੇ ਪ੍ਰਚਾਰਕਾਂ ਕੋਲੇ ਸਾਰੇ ਜਵਾਬ ਹੋਣਗੇ। ਪਰ ਪ੍ਰਚਾਰਕ ਸਵਾਲ ਕਰ ਲੈਣ, ਮੈਨੂੰ ਨਹੀਂ ਲੱਗਦਾ ਕਮੇਟੀਆਂ ਦੇ ਵਿੱਚੋਂ ਕੋਈ ਇੱਕ ਅੱਧ ਤੋਂ ਵੱਧ ਕੇ ਕੋਈ ਜਵਾਬ ਦੇ ਸਕਦਾ ਹੋਵੇ। ਇਹੋ ਜਿਹਾ ਸਿਸਟਮ ਆ ਸਾਡਾ। ਚਲੋ ਬਾਈ, ਉਹ ਇੱਕ ਵੱਖਰਾ ਵਿਸ਼ਾ ਨਾ, ਆਪਾਂ ਅੱਛਾ ਬਾਈ, ਹੁਣ ਇੱਥੇ ਆਓ, ਘਰ ਦਾ ਖਰਚ ਪਾਣੀ, ਕਿਉਂਕਿ 5-7 ਦਿਨ ਹੀ ਹਜੇ ਆਇਓ, ਕਿਰਾਏ ਤੇ ਰਹਿੰਦੇ ਹੋਵੋਗੇ, ਔਰ ਹੋਰ ਖਰਚ ਪਾਣੀ ਵੀ ਹੁੰਦੇ ਨੇ, ਵਧੀਆ ਚੱਲ ਰਿਹਾ? ਹਾਂਜੀ, ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ। ਔਰ ਕੁਝ ਨਾ ਕੁਝ ਸੋਚ ਸਮਝ ਕੇ ਅਸੀਂ ਇੱਕ ਪੂਰਾ ਸਿਸਟਮ ਤੋੜ ਰਹੇ ਹਾਂ, ਔਰ ਤੁਰ ਰਿਹਾ ਔਰ ਤੁਰ ਜਾਏਗਾ। ਸਾਨੂੰ ਆਸ ਆ। ਵੱਡੀ ਗੱਲ ਇਹ ਆ ਨਾ, ਇੰਜ ਹੁੰਦਾ ਵੀ ਹਾਂ ਵੀ ਇਹ ਨਾ ਹੋਵੇ ਵੀ ਆਉਣ ਵਾਲੇ ਟਾਈਮ 'ਚ ਸਾਡਾ ਸਿਸਟਮ ਖਰਾਬ ਹੋ ਜੇ, ਪਰ ਜਦੋਂ ਵੀ ਅਸੀਂ ਕੰਮ ਕਰਕੇ ਜਾਂਦੇ ਹਾਂ ਹਰ ਰੋਜ਼ ਸਾਨੂੰ ਇੱਕ ਵਧੀਆ ਆਸ ਹੁੰਦੀ ਆ ਵੀ ਨਹੀਂ, ਕੱਲ ਨੂੰ ਇਦੋਂ ਵੀ ਵਧੀਆ ਹੋਊਗਾ। ਹਾਂਜੀ। ਸੋ ਦਰਸ਼ਕੋ, ਸਾਡੇ ਨਾਲ ਬਾਈ ਜੀ ਧਰਮ ਪਤਨੀ ਵੀ ਨੇ, ਉਹ ਨਾਲ ਕੰਮ ਕਰਦੇ ਨੇ। ਭੈਣ ਜੀ ਅੱਗੇ ਆ ਜਾਓ। ਭੈਣ ਜੀ, ਨਾਮ ਕੀ ਹੈ ਤੁਹਾਡਾ? ਰਾਜਦੀਪ ਕੌਰ। ਅੱਛਾ ਭੈਣ ਜੀ, ਤੁਸੀਂ ਤੇ ਪੜ੍ਹੇ ਲਿਖੇ, ਮੈਨੂੰ ਲੱਗਦਾ ਵੀ ਬਾਈ ਜੀ ਐਮਏ ਰਿਲੀਜਨ ਨੇ, ਹਾਂਜੀ। ਤੁਸੀਂ ਐਮਏ ਇੰਗਲਿਸ਼ ਕੀਤੀ। ਤੁਸੀਂ ਐਮਏ ਇੰਗਲਿਸ਼ ਹੋ। ਐਮਏ ਇੰਗਲਿਸ਼ ਕੀਤੀ ਹੋਈ ਕੁੜੀ 버ਗਰ ਬਣਾ ਰਹੀ ਹੈ, ਕਿੱਦਾਂ ਦਾ ਲੱਗਦਾ ਹੈ?
ਬਹੁਤ ਵਧੀਆ ਲੱਗਦਾ ਹੈ ਕਿਉਂਕਿ ਆਪ ਦਾ ਕੰਮ ਹੈ। ਹਾਂਜੀ, ਮਿਹਨਤ ਕਰਨੀ ਹੈ ਤੇ ਮਿਹਨਤ ਸ਼ਰਮ ਕਾਦੀ ਹੈ। ਤੇ ਗੁਰਦੁਆਰੇ ਜਦੋਂ ਰਹਿੰਦੇ ਸੀ ਉਦੋਂ ਕਿਵੇਂ ਲੱਗਦਾ ਸੀ? ਉਹ ਤਾਂ ਵਧੀਆ ਤਾਂ ਲੱਗਦਾ ਸੀ, ਕਿਤੇ ਨਾ ਕਿਤੇ ਘੁਟਨ ਹੁੰਦੀ ਸੀ, ਬੰਦਿਸ਼ ਹੁੰਦੀ ਸੀ, ਹੈ ਨਾ। ਲੱਗਦਾ ਸੀ ਵੀ ਕਿਤੇ ਨਾ ਕਿਤੇ ਗੁਲਾਮ ਆ, ਕਿਉਂਕਿ ਗੱਲ ਨਹੀਂ ਰੱਖ ਪਾਉਂਦੇ ਸੀ ਆਪਣੀ, ਕੋਈ ਵੀ ਗੱਲ ਕਰਨੀ ਕਿਤੇ ਨਾ ਕਿਤੇ ਗੱਲਾਂ ਹੋ ਜਾਂਦੀਆਂ ਸੀਗੀਆਂ। ਫਿਰ ਡਰ ਲੱਗਦਾ ਸੀ। ਜਿਸ ਦਿਨ ਗੁਰਦੁਆਰਾ ਛੱਡਿਆ ਬਹੁਤ ਦੁੱਖ ਲੱਗਿਆ ਸਾਨੂੰ ਨਾ। ਫਿਰ ਕੋਈ ਰਹਿਣ ਦਾ ਠਿਕਾਣਾ ਨਹੀਂ ਸੀਗਾ, ਅੱਗੇ ਦਾ ਸੋਚਣਾ ਸੀਗਾ, ਫਿਰ ਕੰਮ ਵੀ ਸੋਚਣਾ ਸੀਗਾ, ਕਿਉਂਕਿ ਪਰਿਵਾਰ ਪਿੱਛੇ ਵੀ ਹੈਗਾ ਸਾਡਾ ਨਾ, ਤੇ ਦੋਵਾਂ ਬੰਨੇ ਦਾ ਖਰਚਾ ਸੀਗਾ, ਤੇ ਉਹ ਖਰਚਾ ਕਿਵੇਂ ਤੋਰਨਾ ਸੀ, ਹੁਣ ਸਭ ਤੋਂ ਵੱਡਾ ਇਹ ਸਵਾਲ ਸੀਗਾ। ਫਿਰ ਕਿਤੇ ਨਾ ਕਿਤੇ ਜਦੋਂ ਲੋਕਡਾਊਨ ਹੋਇਆ, ਫਿਰ ਸੋਚਿਆ ਆਪ ਦਾ ਕੰਮ ਕਰੀਏ, ਤੇ ਆਪ ਦਾ ਕੰਮ ਛੋਟਾ ਵੱਡਾ ਕਮਾਣਾ ਆਪ, ਖਾਣਾ ਆਪ, ਹੈ ਨਾ, ਕਰਨਾ ਆਪ ਹੈ। ਫਿਰ ਉਹ 'ਚ ਸ਼ਰਮ ਕਾਦੀ, ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਆਪ ਕਮਾ ਕੇ ਘਰੇ ਜਾਈਦਾ ਹੈ, ਮਿਹਨਤ ਕਰੀਦੀ ਹੈ ਰੋਜ਼ ਉੱਠ ਕੇ ਨਾ। ਸੋ ਬਾਈ ਸੰਦੀਪ, ਤੁਹਾਡੇ ਦੋਨਾਂ ਦੇ ਜਜ਼ਬੇ ਨੂੰ ਸਲਾਮ ਸਭ ਤੋਂ ਪਹਿਲਾਂ ਤਾਂ, ਔਰ ਇਦਾਂ ਹੀ ਤੁਸੀਂ ਮਿਹਨਤ ਕਰਦੇ ਰਹੋਗੇ ਤੇ ਅੱਜ ਇਸ ਗੱਡੀ 'ਚ ਬਣਾਇਆ ਹੋਇਆ ਇੱਕ ਦਿਨ ਤੁਹਾਡਾ ਵੱਡਾ ਕਾਰੋਬਾਰ ਹੋਏਗਾ, ਕਿਉਂਕਿ ਤੁਹਾਡੀ ਮਿਹਨਤ ਇਸ ਗੱਲ ਦਾ ਸਬੂਤ ਹੈ, ਤੁਸੀਂ ਅੱਗੇ ਵਧੋਗੇ ਜ਼ਰੂਰ। ਸੋ ਦਰਸ਼ਕੋ, ਇਹ ਸਨ ਬਾਈ ਸੰਦੀਪ ਸਿੰਘ ਔਰ ਨਾਲ ਭੈਣ ਰਾਜਦੀਪ ਕੌਰ, ਜਿਨ੍ਹਾਂ ਨੇ ਪ੍ਰਚਾਰਕ ਸੀ ਬਾਈ ਸੰਦੀਪ ਹੋਰੀ, ਪਰ ਅੱਜ ਆਪਣਾ ਕਾਰੋਬਾਰ ਚਲਾ ਰਹੇ ਨੇ। ਸੋ ਸਾਡੇ ਪ੍ਰਬੰਧਕਾਂ ਦੇ ਲਈ ਇੱਕ ਮੂੰਹ ਤੇ ਚਪੇੜ ਹੈ ਇਹ, ਵੀ ਜੇ ਉਹ ਸੋਚਣ ਵੀ ਅਸੀਂ ਗੁਰਦੁਆਰਿਆਂ ਵਿੱਚ ਪ੍ਰਬੰਧਕਾਂ ਨੂੰ ਥਾਂ ਨਹੀਂ ਦੇਵਾਂਗੇ ਤੇ ਖਣੀ ਪ੍ਰਚਾਰਕ ਭੁੱਖੇ ਮਰ ਜਾਣਗੇ, ਤੇ ਇਹ ਭੁਲੇਖਾ ਹੈ ਉਹਨਾਂ ਦਾ, ਕਿਉਂਕਿ ਗੁਰੂ ਇਕੱਲਾ ਗੁਰਦੁਆਰਿਆਂ ਵਿੱਚ ਨਹੀਂ ਰਹਿੰਦਾ। ਜੇ ਪ੍ਰਚਾਰਕ ਇਸ ਥਾਂ ਦੇ ਉੱਤੇ ਖੜ ਕੇ ਬਰਗਰ ਵੀ ਬਣਾ ਰਿਹਾ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਇੱਥੇ ਵੀ ਇੱਕ ਪ੍ਰਚਾਰਕ ਦੇ ਸਿਰ ਤੇ ਹੱਥ ਰੱਖਦਾ ਹੈ। ਸਾਨੂੰ ਆਪਣੇ ਤੇ ਭਰੋਸਾ ਹੋਣਾ ਚਾਹੀਦਾ ਹੈ। ਸੋ ਮੈਂ ਸੁਖਵੀਰ ਸਿੰਘ ਚੈਣਾ, ਪੰਜਾਬ ਨਿਊਜ਼ ਲਈ ਖਰੜ ਤੋਂ, ਧੰਨਵਾਦ।